ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਇਟਲੀ ਤੋਂ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 5188 ਕੇਸਿਸ ਆਏ ਹਨ ਤੇ 63 ਡੈਥ ਹੋਈਆਂ ਹਨ ਤੇ ਇਟਲੀ ਦਾ ਪੋਜ਼ਿਟਿਵਿਟੀ ਰੇਟ 0.7% ਹੈ, ਜੋ ਕਿ ਅੱਗੇ ਨਾਲੋਂ 0.5% ਘਟਿਆ ਹੈ। ਜੇਕਰ ਆਪਾਂ ਜਰਮਨੀ ਦੇਖੀਏ ਤਾਂ ਜਰਮਨੀ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਦੌਰਾਨ 33,949 ਆਲਮੋਸਟ ਕਹਿ ਸਕਦੇ ਹਾਂ ਕਿ 34,000 ਦੇ ਕਰੀਬ ਕੇਸਿਸ ਆਏ ਹਨ ਤੇ 172 ਜਿਹੜੀਆਂ ਡੈਥ ਹੋਈਆਂ ਹਨ। ਤੇ ਇਟਲੀ ਦੇ ਵਿੱਚ ਵੀ ਜਿਹੜੇ ਕੇਸਿਸ ਹੈਗੇ ਆ ਉਹ ਇਨਕਰੀਜ਼ ਹੋ ਰਹੇ ਹਨ। ਇਟਲੀ ਦੇ ਵਿੱਚ ਨਾਰਥ ਈਸਟ ਏਰੀਆ ਦੇ ਵਿੱਚ ਜਿਹੜੇ ਕੇਸਿਸ ਜ਼ਿਆਦਾ ਵੱਧ ਰਹੇ ਹਨ। ਹੌਸਪੀਟਲ ਦੇ ਵਿੱਚ ਤੇ ਇੰਟੈਂਸਿਵ ਕੇਅਰ ਯੂਨਿਟਸ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਪੇਸ਼ੈਂਟਸ ਦਾ ਹੋ ਰਿਹਾ ਹੈ। ਇਸ ਤੋਂ ਬਾਅਦ ਜੇਕਰ ਆਪਾਂ ਇਟਲੀ ਦੇ ਵਿੱਚ ਗ੍ਰੀਨ ਪਾਸ ਦੇ ਬਾਰੇ ਗੱਲ ਕਰੀਏ ਤੇ ਉਮੀਦ ਹੈ ਕਿ ਫਿਲਹਾਲ ਕੋਵਿਡ ਜਿਹੜੇ ਗ੍ਰੀਨ ਪਾਸ ਦੇ ਵਿੱਚ ਕੋਈ ਵੀ ਚੇਂਜਸ ਇਹਨਾਂ ਦੇ ਵਿੱਚ ਕੋਈ ਵੀ ਚੇਂਜਸ ਨਹੀਂ ਕੀਤੀਆਂ ਜਾਣਗੀਆਂ ਤੇ ਥਰਡ ਡੋਜ਼ ਵੈਕਸੀਨ ਦੀ ਜਿਹੜੀ ਹੈਗੀ ਆ ਉਹ ਇਸ ਸਾਲ ਦੇ ਐਂਡ ਤੱਕ ਲਗਭਗ 50 ਸਾਲ ਦੇ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਤੇ ਸਕੂਲ ਦੇ ਜਿਹੜਾ ਸਟਾਫ ਹੈਗੇ ਆ ਉਹਨਾਂ ਨੂੰ ਜ਼ਰੂਰ ਹੀ ਮਿਲ ਜਾਵੇਗੀ। ਤੇ ਇਸੇ ਤਰ੍ਹਾਂ ਹੀ ਅਮਰੀਕਾ ਵੱਲੋਂ ਵੀ ਫਾਈਜ਼ਰ ਦੀ ਵੈਕਸੀਨ ਨੂੰ ਬੱਚਿਆਂ ਦੇ ਲਈ ਅਪਰੂਵ ਕਰ ਦਿੱਤਾ ਗਿਆ ਹੈ। ਤੇ ਜੇਕਰ ਆਪਾਂ ਫਰਾਂਸ ਦੇ ਵਿੱਚ ਗ੍ਰੀਨ ਪਾਸ ਬਾਰੇ ਗੱਲ ਕਰੀਏ ਤੇ ਫਰਾਂਸ ਵੀ ਜਿਹੜਾ ਹੈਗਾ ਗ੍ਰੀਨ ਪਾਸ ਨੂੰ ਵਧਾ ਰਿਹਾ ਹੈ। 31 ਜੁਲਾਈ 2022 ਤੱਕ ਇਹਦੀ ਐਕਸਟੈਂਸ਼ਨ ਵਧਾ ਦਿੱਤੀ ਗਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੁਲਾਈ 2022 ਤੱਕ ਜਿਹੜਾ ਹੈਲਥ ਪਾਸ ਹੈਗਾ ਗ੍ਰੀਨ ਪਾਸ ਹੈਗਾ ਆ ਫਰਾਂਸ ਦੇ ਵਿੱਚ ਉਸਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ ਤੇ ਇਸ ਫੈਸਲਾ ਜਿਹੜੀ ਫ੍ਰੈਂਚ ਗਵਰਨਮੈਂਟ ਹੈਗੀ ਆ ਉਹਨਾਂ ਦੇ ਦੁਆਰਾ ਕੀਤਾ ਗਿਆ ਹੈ। ਉਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਲੰਬਾਰਦੀਆਂ ਦੇ ਕੋਆਰਡੀਨੇਟਰ ਜਿਹੜੇ ਹੈਗੇ ਆ ਕੋਵਿਡ ਕੰਪੇਨ ਦੇ ਐਂਟੀ ਕੋਵਿਡ ਕੰਪੇਨ ਦੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਜੋ ਵੀ ਵਿਅਕਤੀ ਥਰਡ ਡੋਜ਼ ਲਗਵਾਉਣ ਤੋਂ ਰਿਫਿਊਜ਼ ਕਰਦਾ ਹੈ, ਮਨਾ ਕਰਦਾ ਹੈ, ਉਸ ਕੋਲ ਜਿਹੜਾ ਪਹਿਲਾ ਗ੍ਰੀਨ ਪਾਸ ਹੈ ਉਹ ਵੀ ਲੈ ਲਿੱਤਾ ਜਾਵੇਗਾ। ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਥਰਡ ਡੋਜ਼ ਹੈਗੀ ਆ ਕੋਵਿਡ ਦੇ ਜਿਹੜਾ ਹੈਗਾ ਉਸ ਨੂੰ ਘੱਟ ਕਰਨ ਦੇ ਵਿੱਚ ਤੇ ਜਿਹੜਾ ਕਾਮਨ ਕੋਲਡ ਹੈਗਾ ਆ ਉਸ ਨੂੰ ਵੀ ਘੱਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਕਾਰਗਰ ਹੈ। ਇਸ ਲਈ ਇਹੀ ਕਾਰਨ ਹੈ ਕਿ ਉਹ ਕਹਿੰਦੇ ਹਨ ਕਿ ਜਿਹੜਾ ਵੀ ਵਿਅਕਤੀ ਥਰਡ ਡੋਜ਼ ਲੈਣ ਤੋਂ ਮਨਾ ਕਰਦਾ ਹੈ ਉਸ ਕੋਲੋਂ ਗ੍ਰੀਨ ਪਾਸ ਲੈ ਲਿੱਤਾ ਜਾਵੇਗਾ। ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 31 ਦਸੰਬਰ 2021 ਤੱਕ ਸਟੇਟ ਆਫ ਐਮਰਜੈਂਸੀ ਨੂੰ ਐਕਸਟੈਂਡ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅੱਗੇ ਇਹ ਮਾਰਚ ਤੱਕ ਵੀ ਇਸ ਨੂੰ ਵਧਾ ਦਿੱਤਾ ਜਾਵੇ, ਪਰ ਗਵਰਨਮੈਂਟ ਦਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਨੇ ਕੋਈ ਅਜਿਹਾ ਡਿਸੀਜ਼ਨ ਨਹੀਂ ਲਿਆ ਹੈ ਜਿਸ ਦੇ ਵਿੱਚ ਉਹ ਸ਼ਿਓਰ ਹੋਣ ਕਿ ਇਸ ਜਿਹੜੀ ਐਮਰਜੈਂਸੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਕਿਉਂਕਿ ਇਟਲੀ ਦੇ ਹੈਲਥ ਮਿਨਿਸਟਰ ਸਪਰੈਂਸਰ ਜੀ ਨੇ ਇੱਕ ਮੀਟਿੰਗ ਦੇ ਵਿੱਚ ਕਿਹਾ ਹੈ, ਉਹਨਾਂ ਨੇ ਕਿਹਾ ਹੈ ਕਿ ਉਹ ਸਭ ਕੁਝ ਦੇਖਣਗੇ ਪਹਿਲਾਂ ਕਿ ਕੇਸਿਸ ਦੀ ਗਿਣਤੀ ਕਿਸ ਤਰ੍ਹਾਂ ਹੈ, ਵੈਕਸੀਨੇਸ਼ਨ ਦੇ ਪ੍ਰੋਸੈਸ ਦੇ ਬਾਰੇ ਜੋ ਵੀ ਉਹਨਾਂ ਦੀ ਡਾਟਾ ਹੋਏਗਾ ਉਸ ਤੋਂ ਬਾਅਦ ਹੀ ਉਹ ਡਿਸਾਈਡ ਕਰਨਗੇ ਕਿ ਸਟੇਟ ਆਫ ਐਮਰਜੈਂਸੀ ਨੂੰ ਅੱਗੇ ਵਧਾਇਆ ਜਾਵੇ ਕਿ ਨਾ ਵਧਾਇਆ ਜਾਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦੁਨੀਆ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਕਰੋਨਾ ਦੇ ਮਾਮਲੇ ਫਿਰ ਤੋਂ ਵੱਧ ਗਏ ਹੈ। ਅਜਿਹੇ ਵਿੱਚ WHO ਦੇ ਜਿਹੜੇ ਮੁੱਖ ਅਧਿਕਾਰੀ ਹੈ ਉਹਨਾਂ ਨੇ ਆਸ਼ੰਕਾ ਜਤਾਈ ਹੈ ਕਿ 53 ਦੇਸ਼ਾਂ ਦੇ ਵਿੱਚ ਇੱਕ ਵੱਡੇ ਇਲਾਕੇ ਦੇ ਵਿੱਚ ਕਰੋਨਾ ਦੀ ਨਵੀਂ ਲਹਿਰ ਆ ਸਕਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਮਾਮਲਿਆਂ ਦੀ ਸੰਖਿਆ ਫਿਰ ਵੱਧ ਰਹੀ ਹੈ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ੇ ਹੈ। ਤੇ ਉਹਨਾਂ ਨੇ ਕਿਹਾ ਕਿ ਜੇਕਰ ਇੱਦਾਂ ਹੀ ਚੱਲਦਾ ਰਿਹਾ ਤੇ ਫਰਵਰੀ ਤੱਕ 5 ਲੱਖ ਹੋਰ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਸਕਦੀ ਹੈ। ਉਹਨਾਂ ਨੇ ਕਿਹਾ ਹੈ ਕਿ ਯੂਰਪ ਤੇ ਮੱਧ ਏਸ਼ੀਆ ਦੇ 53 ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦੀ ਇੱਕ ਹੋਰ ਲਹਿਰ ਆਉਣ ਦਾ ਖਤਰਾ ਹੈ ਤੇ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਹਾਲੇ ਵੀ ਉਹ ਕਰੋਨਾ ਨੂੰ ਹਲਕੇ ਦੇ ਵਿੱਚ ਨਾ ਲੈਣ। ਤੇ ਉਹਨਾਂ ਨੇ ਕਿਹਾ ਹੈ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਲੇ ਉਪਾਅ ਜਿਸ ਤਰ੍ਹਾਂ ਵੈਕਸੀਨੇਸ਼ਨ ਇਹ ਜ਼ਰੂਰੀ ਹੈ ਤੇ ਇਹ ਜਿਹੜੀ ਵਾਇਰਸ ਦੀ ਦਰ ਨੂੰ ਘੱਟ ਕਰਦੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ 53 ਦੇਸ਼ਾਂ ਤੋਂ ਵਿੱਚ ਜ਼ਿਆਦਾ ਦੇਸ਼ ਜਿਹੜੇ ਹੈਗੇ ਆ ਕੋਵਿਡ ਦੇ ਕਰਕੇ ਲੋਕਾਂ ਦੀ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਸੰਖਿਆ ਜਿਹੜੀ ਹੈਗੀ ਆ ਦੁੱਗਣੀ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਫਰਵਰੀ ਤੱਕ 5 ਲੱਖ ਤੋਂ ਵੀ ਜ਼ਿਆਦਾ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਯੂਕੇ ਤੋਂ। ਬ੍ਰਿਟੇਨ ਨੇ ਕੋਵਿਡ-19 ਦੇ ਸਫਲ ਇਲਾਜ ਦੇ ਵਿੱਚ ਮਦਦਗਾਰ ਮੰਨੀ ਜਾ ਰਹੀ ਵਰਲਡ ਦੀ ਪਹਿਲੀ ਐਂਟੀਵਾਇਰਲ ਗੋਲੀ ਦੀ ਜਿਹੜੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ਪਹਿਲਾ ਦੇਸ਼ ਹੈ ਜਿਸ ਨੇ ਇਸ ਗੋਲੀ ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦੀ ਉਪਲਬਧ ਹੋਵੇਗੀ। 18 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਕਰੋਨਾ ਇਨਫੈਕਟਡ ਅਜਿਹੇ ਲੋਕਾਂ ਨੂੰ ਇਸ ਗੋਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ ਇੱਕ ਅਜਿਹਾ ਕਾਰਨ ਨਜ਼ਰ ਆਇਆ ਹੋਵੇ ਜਿਸ ਦੀ ਸਥਿਤੀ ਗੰਭੀਰ ਹੋ ਸਕਦੀ ਹੈ।
ਇਹ ਗੋਲੀ ਮਰਕ ਕੰਪਨੀ ਦੀ ਬਣੀ ਹੈ। ਬ੍ਰਿਟੇਨ ਦੇ ਵਿੱਚ ਕੋਰੋਨਾ ਦੇ ਇਲਾਜ ਲਈ ਇਸ ਗੋਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਉਹ ਸ਼ਹਿਰ ਕੈਲਸ ਦੇ ਵਿੱਚ 4 ਪ੍ਰਵਾਸੀਆਂ ਨੂੰ ਇੱਕ ਖੇਤਰੀ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਇੱਕ ਗੰਭੀਰ ਜ਼ਖਮੀ ਹੋ ਗਿਆ ਹੈ ਤੇ 2 ਹੋਰ ਜਿਹੜੇ ਮਾਮੂਲੀ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੱਲ੍ਹ ਵੀਰਵਾਰ ਦੀ ਰਾਤ ਦੀ ਹੈ ਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਇਹ ਪ੍ਰਵਾਸੀ ਕੈਲਸ ਜਿਹੜਾ ਸ਼ਹਿਰ ਹੈ ਦੀ ਦਿਸ਼ਾ ਵਿੱਚ ਜਾ ਰਹੇ ਰੇਲਵੇ ਟਰੈਕ ਨੂੰ ਪਾਰ ਕਰ ਰਹੇ ਸਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਬੰਗਲਾਦੇਸ਼ ਤੋਂ। ਬੰਗਲਾਦੇਸ਼ ਦੇ ਪੁਰਾਣੇ ਢਾਕਾ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਬੂਟਾਂ ਦੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਉੱਥੇ ਘੱਟੋ ਘੱਟ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਬਹੁ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਦੇ ਵਿੱਚੋਂ ਕੱਢ ਲਿੱਤਾ ਗਿਆ ਹੈ ਤੇ ਖਬਰ ਦੇ ਮੁਤਾਬਕ ਇਹ ਘਟਨਾ ਰਾਤ 1:30 ਵਜੇ ਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਉੱਠੇ ਧੂਏਂ ਕਰਕੇ ਸਾਹ ਘੁੱਟਣ ਦੇ ਨਾਲ ਮਜ਼ਦੂਰਾਂ ਦੀ ਮੌਤ ਹੋਈ ਹੈ। ਇਸ ਫੈਕਟਰੀ ਦੇ ਵਿੱਚ ਕੈਮੀਕਲ ਨਾ ਭਰੇ ਹੋਏ ਕੁਝ ਜਿਹੜੇ ਡਰਮ ਫੈਕਟਰੀ ਦੀ ਨਿਚਲੀ ਮੰਜ਼ਿਲ 'ਤੇ ਰੱਖੇ ਹੋਏ ਸੀ ਤੇ ਹੋ ਸਕਦਾ ਹੈ ਕਿ ਇਸ ਕਰਕੇ ਅੱਗ ਲੱਗੀ ਹੋਵੇ। ਇਸ ਦੇ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦਵਾਈ ਬਣਾਉਣ ਵਾਲੀ ਕੰਪਨੀ ਫਾਈਜ਼ਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਬਣੀ ਐਂਟੀਵਾਇਰਲ ਗੋਲੀ ਹਸਪਤਾਲ ਦੇ ਵਿੱਚ ਦਾਖਲ ਹੋਣ ਤੇ ਮੌਤਾਂ ਦੇ ਜੋਖਮ ਨੂੰ 90% ਤੱਕ ਘਟਾਉਂਦੀ ਹੈ। ਇਸ ਦੇ ਨਾਲ ਕੰਪਨੀ ਜਿਹੜੀ ਅਮਰੀਕਾ ਦੇ ਬਾਜ਼ਾਰ ਦੇ ਵਿੱਚ ਕੋਵਿਡ-19 ਦੇ ਵਿਰੁੱਧ ਪਹਿਲੀ ਆਸਾਨੀ ਨਾਲ ਵਰਤੀ ਜਾਣ ਵਾਲੀ ਦਵਾਈ ਨੂੰ ਪੇਸ਼ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਰਤਮਾਨ ਵਿੱਚ US ਵਿੱਚ ਕੋਵਿਡ-19 ਦੇ ਇਲਾਜ ਦੇ ਵਿੱਚ ਦਵਾਈ ਨਾੜੀ ਜਾਂ ਟੀਕੇ ਦੁਆਰਾ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ। ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਐਂਟੀ ਵੈਕਸੀਨ ਦੀ ਖੁਰਾਕ ਨਾ ਲੈਣ ਵਾਲੇ ਅਮਰੀਕਾ ਦੇ ਵਿੱਚ ਹਜ਼ਾਰਾਂ ਹੀ ਖੁਫੀਆ ਅਧਿਕਾਰੀਆਂ ਨੂੰ ਜਲਦੀ ਹੀ ਸਸਪੈਂਡ ਕੀਤਾ ਜਾ ਸਕਦਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਕਈ ਏਜੰਸੀਆਂ ਦੇ ਵਿੱਚ ਘੱਟੋ ਘੱਟ 20% ਤੋਂ ਜਿਹੜੇ ਜ਼ਿਆਦਾ ਕਰਮਚਾਰੀ ਹੈਗੇ ਆ ਉਹਨਾਂ ਨੇ ਅਕਤੂਬਰ ਤੱਕ ਕੋਵਿਡ-19 ਦੀ ਐਂਟੀ ਵੈਕਸੀਨ ਦੀ ਖੁਰਾਕ ਨਹੀਂ ਲਈ ਹੈ ਤੇ ਇਸ ਦੇ ਲਈ ਹੁਣ ਕੋਵਿਡ-19 ਦੀ ਐਂਟੀ ਵੈਕਸੀਨ ਨਾ ਲੈਣ ਵਾਲੇ ਅਮਰੀਕਾ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਖੁਫੀਆ ਅਧਿਕਾਰੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਚਾਈਨਾ ਤੋਂ। ਚਾਈਨਾ ਦੀ ਰਾਜਧਾਨੀ ਬੀਜ਼ਿੰਗ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਕਿ ਬੀਜ਼ਿੰਗ ਦੇ ਵਿੱਚ ਵਿਜ਼ੀਬਿਲਿਟੀ ਹੈ ਯਾਨੀ ਕਿ ਦੇਖਣ ਦੀ ਸ਼ਮਤਾ ਹੈ 200 ਮੀਟਰ ਤੋਂ ਵੀ ਘੱਟ ਗਈ ਹੈ। ਪ੍ਰਦੂਸ਼ਣ ਕਰਕੇ ਹੁਣ ਹਾਈਵੇ ਨੂੰ ਬੰਦ ਕਰਨਾ ਪਿਆ ਹੈ। ਬੀਜ਼ਿੰਗ ਨੇ ਵੀਰਵਾਰ ਨੂੰ ਹੀ ਸਰਦੀਆਂ ਲਈ ਆਪਣਾ ਪਹਿਲਾ ਪ੍ਰਦੂਸ਼ਣ ਅਲਰਟ ਜਾਰੀ ਕੀਤਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਬਾਹਰੀ ਗਤੀਵਿਧੀਆਂ ਹਨ, ਫੈਕਟਰੀਆਂ, ਆਪਰੇਸ਼ਨ ਤੇ ਬਾਹਰੀ ਸਕੂਲ ਗਤੀਵਿਧੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਵਿਜ਼ੀਬਿਲਿਟੀ ਬਹੁਤ ਹੀ ਘੱਟ ਗਈ ਹੈ, ਜਿਸ ਕਰਕੇ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਨੂੰ ਸੰਘਣੀ ਧੁੰਦ ਕਰਕੇ ਢਕਿਆ ਦੇਖਿਆ ਜਾ ਸਕਦਾ ਹੈ ਤੇ ਬੀਜ਼ਿੰਗ ਦੀ ਹਵਾ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼। ਇਸ ਤੋਂ ਬਾਅਦ ਆਪਾਂ ਕੁਝ ਦੇਸ਼ਾਂ ਦੇ ਕਰੰਸੀ ਰੇਟ ਦੇਖਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਯੂਰੋ ਦਾ ਰੇਟ ਚੱਲ ਰਿਹਾ ਹੈ 85 ਰੁਪਏ 59 ਪੈਸੇ। UK ਦੇ ਪਾਉਂਡ ਦਾ ਰੇਟ ਚੱਲ ਰਿਹਾ ਹੈ 99 ਰੁਪਏ 90 ਪੈਸੇ। ਅਮਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 74 ਰੁਪਏ 28 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 59 ਰੁਪਏ 63 ਪੈਸੇ। ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 54 ਰੁਪਏ 84 ਪੈਸੇ ਤੇ ਕਤਰ ਦੇ ਰਿਆਲ ਦਾ ਰੇਟ 20 ਰੁਪਏ 40 ਪੈਸੇ। ਸਾਊਦੀ ਅਰਬ ਦੇ ਰਿਆਲ ਦਾ ਰੇਟ 19 ਰੁਪਏ 80 ਪੈਸੇ ਤੇ ਦੁਬਈ ਦੇ ਦਰਾਮ ਦਾ ਰੇਟ ਚੱਲ ਰਿਹਾ ਹੈ 20 ਰੁਪਏ 22 ਪੈਸੇ। ਇਸੀ ਕੁਝ ਦੇਸ਼ਾਂ ਦੇ ਕਰੰਸੀ ਰੇਟ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।